ਤੁਹਾਨੂੰ ਦੱਸਿਆ ਵੀ 7 ਜਾਨਵਰ ਲਿਆ ਹਨ ਮੈਂ 240 ਰੁਪਈਆ। ਉਹਦੀ ਦੌੜ ਬੜੀ ਹੈ। ਬਾਹਰ ਵਾਲੇ ਇਸ ਤਰ੍ਹਾਂ ਚੁਗਦੀਆਂ ਨਹੀਂ, ਜਿਵੇਂ ਭੇਡ ਚੁਗਦੀ ਉਹਨੇ ਘਾਹ ਬੂਰ ਖਾਂਦੀ ਹੈ, ਬੱਕਰੀ ਘਾਹ ਬੂਰ ਨਹੀਂ ਖਾ ਸਕਦੀ। ਉਹਨੂੰ ਚਾਹੀਦਾ ਦਰਖਤ ਜਾਂ ਕੋਈ ਪੱਠਾ ਜਿਹੜਾ ਹੈ ਨਾ ਆਮ ਚੰਗਾ ਹੋਵੇ ਤਾਂ ਫਿਰ ਚੁਗ ਸਕਦੀ। ਇਹਨਾਂ ਦੀ ਸੇਵਾ ਕਰੇ ਬੰਦਾ, ਅੱਛਾ, ਤੇ ਬੇਈਮਾਨੀ ਕੋਲੋਂ ਬਚਾਏ। ਜਿਹੜਾ ਹੈ ਨਾ ਚੋਰੀ ਦਾ ਪੱਠਾ ਇਸ ਮਾਲ ਨੂੰ ਨਹੀਂ ਚਾਰਨਾ ਚਾਹੀਦਾ। ਨੀਤ ਨਾਲ ਇਹਦੀ ਸਾਂਭ ਕਰੋ, ਇਮਾਨਦਾਰੀ ਨਾਲ, ਦੇ ਇਨਸ਼ਾਅੱਲਾ ਫਾਇਦਾ ਦਿੰਦਾ ਹੈ ਮਾਲ। ਜੇ ਚੋਰੀ ਦਾ ਪੱਠਾ ਪਾਈਏ ਨਾ ਉਹ ਨਿਕਲ ਜਾਂਦਾ। ਹੁਣ ਇਸ ਹਾਲ ਮੌਕਿਆਂ ਦੇ ਉਂਝ ਇਹਨਾਂ 'ਚ ਵੀ ਫਾਇਦਾ ਬਥੇਰਾ। ਉਹ ਬੱਕਰੀ ਦਾ ਜਾ ਜਿਹੜਾ ਵੱਧ ਜਾਂਦਾ ਇਹਦੇ ਨਾਲ। ਸਾਲ ਦਾ ਜਿਹੜਾ ਹੈ ਨਾ ਉਹ ਹੋ ਜਾਂਦਾ ਕੋਈ 20-25 ਹਜ਼ਾਰ ਦਾ, ਤੇ 6 ਮਹੀਨੇ ਵਾਲਾ 6 ਮਹੀਨਿਆਂ ਵਾਲਾ ਇਹ 10-15 ਹਜ਼ਾਰ ਦਾ ਹੋ ਜਾਂਦਾ, 15-16 ਦਾ। अस्सलाम वालेकुम। वालेकुम सलाम रहमतुल्लाह बरकातहू। सर की हाल है? खैर शुक्र है अल्लाह। की ना है जनाब दा? गुलाम हुसैन। सर किन्ने अरसे तो तुसी भेडां पालन दा काम करदे हो पे? अरसा हो ही गया कोई 30-35 साल। माशाअल्लाह। तुसी ये काम दा आगाज किंज कीता सी? किन्ने जानवरां तो ये काम शुरू कीता सी? जानवरां तो हाँ कीता सी शुरू, बई थोड़े जानवर ले 6-7, ਉਹਨਾਂ ਤੋਂ ਫਿਰ ਵਧਾਉਂਦੇ 27-28 ਬਣੇ। माशाअल्लाह। ਉਹ ਤੁਸੀਂ 6-7 ਜਾਨਵਰ ਕਿੰਨੇ ਦੇ ਲਏ ਸਨ? ਉਹ 6-7 ਜਾਨਵਰ ਉਦੋਂ ਜਿਹੜਾ ਸੀ ਨਾ ਹਿਸਾਬ ਮੈਂ ਤੁਹਾਨੂੰ ਦੱਸਿਆ ਵੀ 7 ਜਾਨਵਰ ਲਿਆ ਹਨ ਮੈਂ 240 ਰੁਪਈਆ। ਅੱਛਾ, ਇਹ ਵੱਡੇ ਜਾਨਵਰ ਸਨ? 3 ਜਾ ਸਨ ਤੇ 4 ਵੱਡੀਆਂ। ਜ਼ਬਰਦਸਤ। ਤੇ ਇਹ ਕਿਹੜੇ ਸਾਲ ਦੀ ਗੱਲ ਹੈ? ਸਾਲ ਦਾ ਸਨ ਦਾ ਮੈਨੂੰ ਨਹੀਂ ਚੇਤਾ। ਅੱਛਾ, 30-35 ਸਾਲ ਪੁਰਾਣੀ ਗੱਲ ਹੈ। 7 ਜਾਨਵਰ ਤੁਸੀਂ 240 ਰੁਪਏ ਦੇ ਲਏ ਸਨ। ਮਾਸ਼ਾਅੱਲਾ। ਤੇ 30-35 ਸਾਲ ਤੋਂ ਤੁਸੀਂ ਸਿਰਫ ਭੇਡਾਂ ਹੀ ਪਾਲਦੇ ਹੋ ਜਾਂ ਕਿ ਤੁਸੀਂ ਕਿਤੇ ਬੱਕਰੀਆਂ ਵੀ ਰੱਖੀਆਂ ਨੇ? ਨਹੀਂ, ਬੱਕਰੀਆਂ ਵੀ ਰੱਖੀਆਂ ਸੀ। ਬੱਕਰੀਆਂ ਕਿੰਨੀ ਦੇਰ ਰੱਖੀਆਂ ਜੇ? ਬੱਕਰੀਆਂ ਕੋਈ 7-8 ਸਾਲ ਰੱਖੀਆਂ। ਤੇ ਉਹ ਬੱਕਰੀਆਂ ਫਿਰ ਛੱਡ ਕਿਉਂ ਗਏ ਤੁਸੀਂ? ਛੱਡ ਫਿਰ ਉਹ ਇਸੇ ਕੋਲੋਂ ਗਏ ਵੀ ਸਾਡੇ ਕੋਲੋਂ ਸਾਂਭੀਆਂ ਨਹੀਂ ਜਾਂਦੀਆਂ। ਅੱਛਾ, ਬੱਕਰੀਆਂ ਨੂੰ ਸੰਭਾਲਣਾ ਮੁਸ਼ਕਲ ਹੈ? ਹਾਂਜੀ, ਉਹਦੀ ਦੌੜ ਬੜੀ ਹੈ। ਬਾਹਰ ਵਾਲੇ ਇਸ ਤਰ੍ਹਾਂ ਚੁਗਦੀਆਂ ਨਹੀਂ, ਜਿਵੇਂ ਭੇਡ ਚੁਗਦੀ ਉਹਨੇ ਘਾਹ ਬੂਰ ਖਾਂਦੀ ਹੈ, ਬੱਕਰੀ ਘਾਹ ਬੂਰ ਨਹੀਂ ਖਾ ਸਕਦੀ। ਉਹਨੂੰ ਚਾਹੀਦਾ ਦਰਖਤ ਜਾਂ ਕੋਈ ਪੱਠਾ ਜਿਹੜਾ ਹੈ ਨਾ ਆਮ ਚੰਗਾ ਹੋਵੇ ਤਾਂ ਫਿਰ ਚੁਗ ਸਕਦੀ। ਅੱਛਾ, ਯਾਨੀ ਕਿ ਉਹਦੇ ਨਹਰੇ ਜ਼ਿਆਦਾ ਨੇ, ਇਹਨਾਂ ਦੇ ਨਹਰੇ ਕਮ ਨੇ। ਹਾਂਜੀ। ਤੇ ਜ਼ਿਆਦਾ ਫਾਇਦਾ ਕਿਹਨਾਂ ਵਿੱਚ, ਬੱਕਰੀਆਂ 'ਚ ਵੇ ਜਾਂ ਭੇਡਾਂ 'ਚ ਵੇ? ਹੁਣ ਇਸ ਹਾਲ ਮੌਕਿਆਂ ਦੇ ਉਂਝ ਇਹਨਾਂ 'ਚ ਵੀ ਫਾਇਦਾ ਬਥੇਰਾ। ਉਹ ਬੱਕਰੀ ਦਾ ਜਾ ਜਿਹੜਾ ਵੱਧ ਜਾਂਦਾ ਇਹਦੇ ਨਾਲ। ਤੇ ਤੁਸੀਂ ਇਹਨਾਂ ਨੂੰ ਰੱਖਣ ਦਾ ਮਕਸਦ ਕੀ ਹੈ ਤੁਹਾਡਾ? ਇਹਨਾਂ ਦੇ ਬੱਚੇ ਸੇਲ ਕਰਦੇ ਹੋ ਕਿੰਜ ਆਪਣਾ ਰੋਜ਼ਗਾਰ ਚਲਾਉਂਦੇ ਹੋ ਪਏ? ਬੱਚੇ ਜੱਸੇ ਵੇਚ ਛੱਡੀਦੇ ਨੇ। ਇਹ ਈਦ ਉੱਤੇ ਸੇਲ ਕਰਦੇ ਹੋ ਜਾਂ ਆਮ ਦਿਨਾਂ ਤੇ ਵੀ ਸੇਲ ਕਰਦੇ ਹੋ? ਨਹੀਂ, ਜਦੋਂ ਟਾਈਮ ਲੱਗ ਜਾਏ ਈਦ ਤੇ ਵੀ ਵੇਚਦੇ ਹਾਂ। ਹੁਣ ਐਤਕੀ ਨਿੱਕੇ ਵੇਚ ਛੱਡੇ। ਹਰ ਸਾਲ ਕਿੰਨੇ ਇਹਨਾਂ ਦੇ ਜਾ ਸੇਲ ਹੋ ਜਾਂਦੇ ਨੇ? ਹਰ ਸਾਲ ਦੇਖੋ ਨਾ, ਜਾਨਵਰ ਦੇ ਸਿਰ ਤੇ ਹੁੰਦੀ ਹੈ ਗੱਲ। ਜੇ ਵੱਧ ਹੋਣ ਤੇ ਵੱਧ ਹੋ ਜਾਂਦੇ ਨੇ ਜੀ। ਹੁਣ ਇਹ 10-15 ਨੇ ਮੇਰੇ ਕੋਲ, ਇਹ ਕੋਈ 10-15 ਜੀ ਜਿਹੜੇ ਨੇ ਸੇਲ ਹੋ ਜਾਂਦੇ ਨੇ। ਜਿੰਨੀਆਂ ਕੋ ਰੱਖੀਆਂ ਹੁਣ, ਕਈ ਇੱਕ ਵੀ ਦਿੰਦੀਆਂ, ਕਈ 2 ਵੀ ਦਿੰਦੀਆਂ। ਕੋਈ 15-20 ਸੇਲ ਹੋ ਜਾਂਦੇ ਨੇ ਸਾਲ ਦੇ? ਹਾਂਜੀ। ਤੇ ਤੁਸੀਂ ਉਹ ਜਿਹੜੇ ਜਾਨਵਰ ਸੇਲ ਕਰਦੇ ਹੋ ਉਹਨਾਂ ਦੀ ਕਿੰਨੀ ਕੁ ਉਮਰ ਹੁੰਦੀ ਹੈ? ਉਮਰ ਕੋਈ ਸਾਲ ਦਾ ਹੋ ਜਾਂਦਾ, ਕੋਈ 6 ਮਹੀਨਿਆਂ ਦਾ ਵੀ ਹੋ ਜਾਂਦਾ। ਇਸ ਤਰ੍ਹਾਂ ਫਰਕੋ ਫਰਕੀ ਜਦੋਂ ਕੋਈ ਫਿਰ ਜ਼ਰੂਰਤ ਪੈ ਤੇ ਵੇਚ ਛੱਡੀਦਾ। ਜਿਹੜਾ ਸਾਲ ਦਾ ਵੇ ਉਹ ਕਿੰਨੇ ਦਾ ਸੇਲ ਹੁੰਦਾ ਹੈ, ਤੇ ਜਿਹੜਾ 6 ਮਹੀਨੇ ਦਾ ਉਹ ਕਿੰਨੇ ਦਾ ਸੇਲ ਹੁੰਦਾ ਹੈ? ਸਾਲ ਦਾ ਜਿਹੜਾ ਹੈ ਨਾ ਉਹ ਹੋ ਜਾਂਦਾ ਕੋਈ 20-25 ਹਜ਼ਾਰ ਦਾ। ਤੇ 6 ਮਹੀਨੇ ਵਾਲਾ? 6 ਮਹੀਨਿਆਂ ਵਾਲਾ ਇਹ 10-15 ਹਜ਼ਾਰ ਦਾ ਹੋ ਜਾਂਦਾ, 15-16 ਦਾ। ਜ਼ਿਆਦਾ ਰੇਟ ਭੇਡ ਦਾ ਮਿਲਦਾ ਹੈ ਜਾਂ ਕਿ ਲੇਲੇ ਦਾ ਮਿਲਦਾ ਹੈ? ਜ਼ਿਆਦਾ ਰੇਟ ਜਿਹੜਾ ਨਾ ਲੇਲੇ ਦਾ ਹੁੰਦਾ। ਤੇ ਤੁਸੀਂ ਅੱਜ ਕੱਲ੍ਹ ਇਹਨਾਂ ਦੀ ਕੀ ਰੂਟੀਨ ਰੱਖੀ ਏ? ਇਹਨਾਂ ਦੀ ਕੀ ਸੇਵਾ ਕਰਦੇ ਹੋ, ਕੀ ਖਿਲਾਉਂਦੇ ਪਿਲਾਉਂਦੇ ਹੋ ਉਹਨਾਂ ਨੂੰ? ਅੱਜ ਕੱਲ੍ਹ ਰੂਟੀਨ ਇਹ ਹੈ ਵੀ ਅੱਜ ਕੱਲ੍ਹ ਜਿਹੜਾ ਨਾ ਪੱਠਾ ਹਰਾ ਲੱਭਦਾ ਘੱਟ। ਖੁਸ਼ਕ ਪੱਠਾ ਪਾਉਂਦੇ ਹਾਂ
ਆ ਪਿੱਪਲ ਦੇ ਪੱਤੇ ਪਾਉਂਦੇ ਆ ਇਹਨਾਂ ਨੂੰ ਸ਼ਾਮ ਨੂੰ। ਤੇ ਸਵੇਰ ਇਹਨਾਂ ਨੂੰ ਕਿਸ ਟਾਈਮ ਬਾਹਰ ਲੈ ਕੇ ਆਉਂਦੇ ਹੋ? ਸੁਬਾਹ ਹੁਣ ਸਰਦੀ ਹੈ, ਹੁਣ ਕੋਈ 10-11 ਵਜੇ ਆਉਂਦੇ ਆ। ਗਰਮੀਆਂ 'ਚ ਕੋਈ 8 ਵਜੇ ਨਾਲ ਖੋਲ ਲਈਦੀਆਂ ਅਸੀਂ। ਤੇ ਵਾਪਸ ਕਿੰਨੇ ਵਜੇ ਲੈ ਕੇ ਜਾਂਦੇ ਹੋ? ਵਾਪਸ ਜਾਈਦਾ ਕੋਈ 5:30 ਵਜੇ ਜਾਂਦੇ ਹਾਂ ਪਹਿਲਾਂ, ਤੇ ਹੁਣ ਕੋਈ 5 ਵਜੇ ਨਾਲ ਟੁਰ ਜਾਈਦਾ। ਯਾਨੀ ਕਿ 5-6 ਘੰਟੇ ਤੁਸੀਂ ਇਹਨਾਂ ਨੂੰ ਚਾਰਦੇ ਵੀ ਹੋ। ਹਾਂਜੀ। ਤੇ ਇਸ ਟਾਈਮ ਟੋਟਲ ਕਿੰਨੇ ਜਾਨਵਰ ਜੇ? ਇਸ ਟਾਈਮ ਸਾਡੇ ਜਾਨਵਰ ਨੂੰ ਕੋਈ 26। ਮਾਸ਼ਾਅੱਲਾ। ਤੇ 26 ਜਾਨਵਰਾਂ ਨੂੰ ਤੁਸੀਂ ਇਕੱਲੇ ਸੰਭਾਲਦੇ ਹੋ? ਨਹੀਂ, ਬੱਚਾ ਵੀ ਹੈ। ਇਹ ਬੱਚਾ ਵੀ ਹੈ? ਹਾਂਜੀ। ਅੱਛਾ ਬਜ਼ੁਰਗੋ, ਇਹ ਜਿਹੜੇ 26 ਜਾਨਵਰ ਨੇ ਇਹਨਾਂ ਵਾਸਤੇ ਕੋਈ ਮੁੱਲ ਪੱਠੇ ਲਏ ਜੇ? ਮੁੱਲ ਪੱਠੇ ਲਏ ਨਹੀਂ, ਆਪਣੀ ਬੀਜੀ ਹੈ ਪੈਲੀ। ਕਿੰਨੀ? ਕੋਈ ਕਿੱਲਾ ਕੋ ਕਿੱਲਾ ਇਹਨਾਂ ਜ਼ਿਆਦਾ ਨਹੀਂ ਨਾ ਸੇ ਪੱਠੇ ਜਿਹੜੇ ਨੇ? ਕਿੱਲਾ ਕੋ ਡੰਗਰ ਵੀ ਹੈ ਨਾ, ਅੱਛਾ, ਵਿੱਚ ਅੱਛਾ। ਇਹਨਾਂ ਨੂੰ ਕੋਈ 2 ਪੰਡਾ ਛੋਟ ਛੜੀ ਦੀਆਂ ਨੇ। ਹੁਣ ਸ਼ਟਾਲੇ ਦੀਆਂ? ਛਟਾਲੇ ਦੀਆਂ। ਹੁਣ ਇਸ ਟਾਈਮ ਜਿਹੜਾ ਨਾ ਛਟਾਲਾ ਨਹੀਂ ਬਾਰਾ ਖਾਂਦਾ ਪਿਆ, ਹੁਣ ਪਿੱਪਲ ਦੇ ਪੱਤੇ ਪਾਣੇ ਆ। ਅੱਛਾ ਬਜ਼ੁਰਗੋ, ਇੱਕ ਬੜੀ ਅਹਿਮ ਗੱਲ ਹੈ, ਦੱਸਿਓ ਕਿ ਬੱਕਰੀਆਂ ਜ਼ਿਆਦਾ ਪੱਠੇ ਖਾਂਦੀਆਂ ਨੇ ਕਿ ਭੇਡਾਂ? ਨਹੀਂ, ਬੱਕਰੀ ਜ਼ਿਆਦਾ ਖਾਂਦੀ। ਬੱਕਰੀ ਜ਼ਿਆਦਾ ਖਾਂਦੀ ਹੈ। ਤੁਸੀਂ ਸ਼ਟਾਲਾ ਅਗਰ ਦਿੰਦੇ ਹੋ ਤਾਂ ਇਹਨਾਂ ਨੂੰ ਵਾਹ ਵਗੈਰਾ ਨਹੀਂ ਲੱਗਦੀ? ਛਟਾਲਾ ਜਦੋਂ ਦਿੰਦੇ ਆ ਨਾ ਅਸੀਂ, ਉਦੋਂ ਪੱਕਾ ਹੁੰਦਾ ਹੈ ਛਟਾਲਾ, ਉਦੋਂ ਬਾਹਰ ਘੱਟ ਲੱਗਦੀ ਹੈ। ਅੱਛਾ। ਹਾਂਜੀ। ਤੇ ਅਗਰ ਵਾਹ ਲੱਗ ਜੇ ਤੇ ਕੀ ਭੇਡ ਕੋਈ ਮਾੜੀ ਹੋ ਜਾਂਦੀ ਹੈ? ਹਾਂਜੀ। ਤੇ ਕੀ ਦਿੰਦੇ ਉਹਦੇ ਵਾਸਤੇ ਵਾਹ ਜਦੋਂ ਲੱਗਦੀ ਹੈ ਉਹਦਾ ਦੱਸਿਓ ਕੋਈ। ਉਹਦੇ ਵਾਸਤੇ ਕੋਈ ਦਵਾਈ ਦੇਈਦੀ ਹੈ, ਡਾਕਟਰ ਨੂੰ ਪੁੱਛ ਲਈਦਾ ਹੈ, ਜਾਂ ਵੈਸੇ ਉਹ ਟਿੱਕੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਬੰਦੇ ਨੂੰ ਮਰੋੜਾ ਲੱਗ ਗਿਆ ਅੱਛਾ। ਤੇ ਬੰਦਾ ਖਾਂਦਾ ਉਹ ਟਿੱਕੀ, ਉਹ ਵੀ ਦੇਈਦੀ, ਉਹਦੇ ਨਾਲ ਵੀ ਫਰਕ ਪੈ ਜਾਂਦਾ। ਅੱਛਾ ਬਜ਼ੁਰਗੋ, ਭੇਡ ਦਾ ਜਿਹੜਾ ਜਾਵੇ ਉਹ ਕਿੰਨੀ ਦੇਰ ਬਾਅਦ ਜਵਾਨ ਹੋ ਜਾਂਦਾ ਜੇ, ਵਿਕਣ ਦੇ ਕਾਬਲ ਹੋ ਜਾਂਦਾ? ਭੇਡ ਦਾ ਜਾ ਜਿਹੜਾ ਅਸਲੀ ਸਾਲ ਸਭਾ ਵਿੱਚ ਹੁੰਦਾ ਹੈ ਬਰਕਰਾਰ। ਤੇ ਕਿੰਨੇ ਭੇਡੂ ਰੱਖੇ ਤੇ ਭੇਡਾਂ ਕਿੰਨੀਆਂ ਦੇ ਵਿੱਚ ਇਹਨਾਂ ਵਿੱਚ ਅਜੇ ਤੁਹਾਡੇ ਕੋਲ 26 ਜਾਨਵਰ ਨੇ? ਇਹਨਾਂ ਵਿੱਚ ਜਾ ਨੇ ਛੋਟੇ ਕੋਈ 3-4 ਨੇ ਲੈ ਲਏ, ਬਾਕੀ ਭੇਡਾਂ ਹੀ ਲੈ ਲਈਆਂ। ਅੱਛਾ, ਇਸ ਕੰਮ ਨੂੰ ਵਧਾਉਣ ਦਾ ਸੋਚ ਰਹੇ ਹੋ ਕਿ ਘਟਾਉਣ ਦਾ ਸੋਚ ਰਹੇ ਹੋ? ਵਧਾਉਣ ਦਾ ਤਾਂ ਸੋਚੀਏ, ਸਾਡੇ 'ਚ ਪਹੁੰਚ ਹੋਵੇ। ਅਸੀਂ ਆ ਮਾੜੇ, ਜੀਵੀ ਸਾਡੀ ਕੋਈ ਨਹੀਂ। ਜੀਵੀ ਹੈ ਸੀ ਸਾਡੀ, ਪਈ ਸੰਭੜਿਆਲ ਬੰਦੇ ਤਗੜੇ ਸੀ, ਉਹ ਦਬਾ ਗਏ ਨੇ, ਸਾਨੂੰ ਨਹੀਂ ਦਿੱਤੀ ਉਹਨਾਂ। ਤੇ ਹੁਣ ਅਸੀਂ ਠੇਕੇ ਦੇ ਇੱਕ ਕਿੱਲਾ ਪੈਲੀ ਲਈ ਹੈ, 40,000 ਰੁਪਈਆ ਲੈਂਦੇ ਨੇ ਉਹਦਾ, ਤੇ ਉਹਦੇ 'ਚ ਪੱਠਾ ਦੱਥਾ ਬੀਜੀ ਦਾ ਤੇ ਦਰ ਗੁਜ਼ਰ ਕਰੀ ਦੀ ਹੈ। ਜੇ ਗੁੰਜਾਇਸ਼ ਹੋਵੇ ਤਾਂ ਅਸੀਂ ਵਧਾ ਵੀ ਲੈਣੇ ਆ, ਉਹ ਗੁੰਜਾਇਸ਼ ਸਾਡੇ ਕੋਲ ਕੋਈ। ਅੱਛਾ ਬਜ਼ੁਰਗੋ, ਯਾਨੀ ਕਿ ਤੁਹਾਡੀ ਹਵਾਇਸ਼ ਦਿਲ ਕਰਦਾ ਹੈ ਕਿ ਤੁਹਾਡੇ ਕੋਲ ਜਾਨਵਰ ਜ਼ਿਆਦਾ ਹੋਣ, ਹਾਂਜੀ। ਲੇਕਿਨ ਤੁਹਾਡੇ ਕੋਲ ਵਸਾਇਲ ਨਹੀਂ। ਨਹੀਂ। ਇਹ ਜਿਹੜੀ ਨਾਜ਼ਰੀਨ ਵੀਡੀਓ ਵੇਖਦੇ ਨੇ ਪਏ, ਕੁਝ ਲੋਕ ਐਸੇ ਨੇ ਉਹਨਾਂ ਦੀ ਹਵਾਇਸ਼ ਹੁੰਦੀ ਏ ਅਸੀਂ ਕਿਸੇ ਮੁਹਲਸ ਬੰਦੇ ਨੂੰ ਨਾ ਜਾਨਵਰ ਲੈ ਦਈਏ, ਕੁਝ ਪ੍ਰੋਫਿਟ ਉਹ ਆਪ ਹੀ ਲੈ ਲੇ ਤੇ ਕੁਝ ਸਾਨੂੰ ਮਿਲ ਜੇ। ਅਗਰ ਕੋਈ ਬੰਦਾ ਚਾਹੁੰਦਾ ਹੈ ਕਿ ਤੁਹਾਨੂੰ ਜਾਨਵਰ ਲੈ ਕੇ ਰੱਖ ਦੇ, ਉਹ ਕੁਝ ਪ੍ਰੋਫਿਟ ਤੁਸੀਂ ਉਹਨੂੰ ਦੇ ਹੜੋ, ਕੁਝ ਆਪ ਹੀ ਲੈ ਲਓ, ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਨਹੀਂ, ਹੁਣ ਰਾਬਤਾ ਸਾਡੇ ਨਾਲ ਕਰ ਨਹੀਂ ਸਕਦਾ, ਸਾਡੀ ਉਮਰ ਨਹੀਂ ਰਹੀ। ਹੁਣ ਰੱਖਦੇ ਉਸ ਤਰ੍ਹਾਂ ਕਰਦੇ ਹੀ ਪਹਿਲਾਂ ਜਦੋਂ ਜ਼ੋਰ ਵਿੱਚ ਸੀ, ਹੁਣ ਸਾਡੀ ਉਮਰ ਨਹੀਂ ਰਹੀ, ਹੁਣ ਨਸ ਭੱਜ ਕਰ ਨਹੀਂ ਸਕਦੇ ਅਸੀਂ। ਚਲੋ ਠੀਕ ਹੈ। ਹਾਂਜੀ। ਤੇ ਇਹ ਦੱਸੋ ਕਿ ਇਹ ਜਿਹੜੇ ਤੁਹਾਡੇ ਜਾਨਵਰ ਨੇ, ਇਹ ਚਰਾਈ ਤੇ ਖੁਸ਼ ਰਹਿੰਦੇ ਨੇ ਜਾਂ ਕਿ ਇਹਨਾਂ ਨੂੰ ਅਗਰ ਘਰ ਰੱਖ ਕੇ ਪਾਲਿਆ ਜਾਏ ਤਾਂ ਪਾਲ ਸਕਦੇ ਨੇ? ਬਿਲਕੁਲ ਪਾਲ ਸਕਦੇ ਨੇ, ਸੇਵਾ ਕਰੇ ਕੋਈ। ਕਿ ਕਿਸ ਕਿਸਮ ਦੀ ਘਰ ਰੱਖ ਕੇ ਸੇਵਾ ਕਰਨੀ ਚਾਹੀਦੀ ਹੈ? ਘਰ ਰੱਖ ਕੇ ਸੇਵਾ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਵੀ ਇਹਨੂੰ ਬੰਡਾ ਪਾਏ ਬੰਦਾ, ਪੱਠੇ ਚੰਗੇ ਪਾਏ, ਫਿਰ ਬਾਲ ਸਕਦੇ। ਇਹ ਵੰਡਾ ਕਿਹੜਾ ਇਹਨਾਂ ਨੂੰ ਖਿਲਾਉਣਾ ਚਾਹੀਦਾ ਹੈ? ਬੰਡਾ ਆ ਜਿਹੜੀ ਖੁਰਾਕ ਹੈ ਇਹ ਵੀ ਚੰਗੀ ਰਹਿੰਦੀ ਹੈ, ਨਹੀਂ ਤਾਂ ਦਰਅਸਲ ਕਣਕ ਗਲਾ ਕੇ ਦਲੀਆ ਪਾਏ, ਕਰਾ ਪਾਏ, ਉਹ ਚੰਗਾ ਹੈ। ਉਹ ਚੰਗਾ। ਤੇ ਉਹ ਤੂੜੀ ਦੇ ਵਿੱਚ ਮਿਕਸ ਕਰਨਾ ਹੈ? ਆਹੋ, ਤੂੜੀ ਵਿੱਚ ਤੂੜੀ ਥੋੜੀ ਪਾਈ ਨਾ, ਬੰਡਾ ਜ਼ਿਆਦਾ ਹੋਏ ਤੇ ਫਿਰ ਜਾਨਵਰ ਤਗੜਾ ਰਹਿੰਦਾ। ਤੇ ਤੂੜੀ ਕਿਹੜੀ ਇਸਤੇਮਾਲ ਕਰਨੀ ਚਾਹੀਦੀ ਹੈ? ਤੂੜੀ ਆ ਜਿਹੜੀ ਇਹ ਚਿੱਟੀ, ਬਰੀਕ ਕਿ ਮੋਟੀ? ਜੇ ਬਰੀਕ ਹੋਵੇ ਤਾਂ ਉਹ ਤੇ ਸਹੀ ਰਹਿੰਦੀ ਹੈ, ਤੇ ਜੇ ਨਾ ਚਾਰੇ ਬੰਨੇ ਉਹਦੇ ਮੋਟੀ ਵੀ ਪਾ ਲਈਦੀ ਆ। ਵੈਸੇ ਬਰੀਕ ਹੀ ਸਹੀ ਰਹਿੰਦੀ ਆ। ਅੱਛਾ ਬਜ਼ੁਰਗੋ, ਬਿਮਾਰੀਆਂ ਬਾਰੇ ਦੱਸਿਓ, ਬਿਮਾਰੀਆਂ ਭੇਡਾਂ ਜ਼ਿਆਦਾ ਲੱਗਦੀਆਂ ਨੇ ਕਿ ਬੱਕਰੀਆਂ ਜ਼ਿਆਦਾ ਲੱਗਦੀਆਂ ਜੇ? ਬਿਮਾਰੀ ਭੇਡ ਨੂੰ ਬਹੁਤੀ ਲੱਗ ਜਾਂਦੀ ਹੈ। ਭੇਡ ਨੂੰ? ਹਾਂਜੀ। ਇਹਨੂੰ ਤਾਂ ਠੰਡ ਘੱਟ ਲੱਗਦੀ ਬਿਮਾਰੀ, ਫਿਰ ਇਹਨੂੰ ਕੰਜ ਲੱਗ ਜਾਂਦੀ ਹੈ ਕੋਈ ਸਰਦੀ ਵਜ੍ਹਾ ਨਾਲ? ਬਿਮਾਰੀ ਦਾ ਇਹ ਹਿਸਾਬ ਹੁੰਦਾ, ਬਿਮਾਰੀ ਹੁੰਦੀ ਹੈ ਤਾਕਤ ਦੇ ਸਿਰ। ਤਾਕਤ ਤਗੜਾ ਭਾਰੂ ਰਿਹਾ ਉਹਨੂੰ ਬਿਮਾਰੀ ਘੱਟ ਲੱਗਦੀ ਹੈ, ਜਦੋਂ ਕਮਜ਼ੋਰ ਹੋ ਜਾਏ ਫਿਰ ਬਿਮਾਰੀ ਲੱਗ ਜਾਂਦੀ ਹੈ। ਠੀਕ ਹੈ। ਤੇ ਕੋਈ ਨਸਲ ਦੇ ਬਾਰੇ ਦੱਸ ਦਿਓ ਕਿ ਭੇਡ ਦੀ ਸਾਰਿਆਂ ਨਾਲੋਂ ਚੰਗੀ ਨਸਲ ਕਿਹੜੀ ਜੇ? ਭੇਡ ਦੀ ਸਾਰਿਆਂ ਤੋਂ ਨਸਲ ਪਹਿਲਾਂ ਦੇ ਸੀ ਲੋਹੀ ਭੇਡ। ਲੋਹੀ?
ਹਾਂਜੀ ਅੱਛਾ। ਉਹਨਾਂ ਦੇ ਲਾਲ ਕੰਨ ਹੁੰਦੇ ਸੀ ਹੂੰ ਤੇ ਉਹ ਸਹੀ ਰਹਿੰਦੀ ਸੀ। ਹੂੰ ਹੁਣ ਦਰਅਸਲ ਲੋਕੀ ਮੁੰਦਰੀ ਭੇਡ ਨੂੰ ਪਸੰਦ ਬਹੁਤਾ ਕਰਦੇ ਨੇ। ਠੀਕ ਹੈ। ਹਾਂ ਤੇ ਕਿੰਨੇ ਕੁ ਦੀ ਆ ਜਾਂਦੀ ਹੈ ਇੱਕ ਮੁੰਦਰੀ ਜਾਂ ਲੋਈ ਭੇਡ ਜਿਹੜੀ ਹੈ? ਹਾਂਜੀ ਇੱਕ ਜਾਵਾਂ ਸਮੇਤ ਜਾਵਾਂ ਤੋਂ ਬਗੈਰ ਕਿੰਨੇ ਕੁ ਦੀ ਆ ਜਾਂਦੀ ਹੈ ਇੱਕ ਮੁੰਦਰੀ ਭੇਡ ਜਾਂ ਲੋਈ ਦੀ ਭੇਡ ਜਿਹੜੀ ਹੈ? ਦੇਖੋ ਨਾ ਭੇਡ ਦਾ ਹਿਸਾਬ ਹੁੰਦਾ, ਚੰਗੀ ਭੇਡ ਹੋਏ ਨਾ ਤੇ 30-40 ਹਜ਼ਾਰ ਦੀ ਜੋੜੇ ਵਾਲੀ ਆ ਜਾਂਦੀ। ਹੂੰ ਤੇ ਤੁਸੀਂ ਇਹਨਾਂ ਦੀ ਕੋਈ ਭੇਡ ਸੇਲ ਕਰਨੀ ਹੈ ਜਾਂ ਕੋਈ ਬੱਚਾ ਸੇਲ ਕਰਨਾ ਜੇ? ਨਹੀਂ ਅਸੀਂ ਹੁਣ ਨਹੀਂ ਕਰਨਾ, ਕਿਉਂ ਸੇਲ ਕਰ ਬੈਠੇ ਹਾਂ। ਹੁਣ ਸਾਡੇ ਕੋਲ ਹੈ ਹੀ ਨਿੱਕੇ ਬੱਚੇ ਨੇ। ਅੱਛਾ ਬਜ਼ੁਰਗੋ, ਇਹ ਦੱਸੋ ਜਿਹੜੀ ਭੇਡ ਪਹਿਲੀ ਦਫਾ ਗੱਬਨ ਹੁੰਦੀ ਏ, ਉਹ ਆਮ ਬੰਦੇ ਨੂੰ ਕਿੰਜ ਪਤਾ ਲੱਗੇ ਕਿ ਆ ਗੱਬਨ ਹੋ ਗਈ? ਉਹਦੀਆਂ ਕੋਈ ਨਿਸ਼ਾਨੀਆਂ ਹੈ ਨੇ? ਨਿਸ਼ਾਨੀਆਂ ਉਹਦੀਆਂ ਇਹ ਹਨ ਬਈ 3 ਕੁ ਮਹੀਨੇ 3.5 ਕੁ ਮਹੀਨੇ ਹੋਵੇ ਤੇ ਫਿਰ ਭੇਡ ਜਿਹੜੀ ਹੈ ਨਾ ਆਪਣਾ ਬਖਾ ਜਾ। ਉਹਦੇ ਜਿਸਮ ਤੋਂ ਪਤਾ ਲੱਗਦਾ ਹੈ। ਹਾਂਜੀ ਇਹਨਾਂ ਨੂੰ ਆਮ ਰੂਟੀਨ ਵਿੱਚ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ? ਮਿਰਚ ਮਸਾਲਾ ਦੇਈਦਾ ਉਹ। ਇਹ ਕਿਹੜਾ ਕਿਹੜਾ ਦਿੰਦੇ ਹੋ, ਕਿੰਜੋ ਤਿਆਰ ਕੀਤਾ ਹੈ, ਉਹ ਵੀ ਦੱਸ ਦਿਓ। ਮਿਰਚ ਮਸਾਲਾ ਤਿਆਰ ਦੇ ਰਹਿੰਦੇ, ਉਂਝ ਜਦੋਂ ਦੇਣਾ ਹੋਵੇ ਉਹ ਕਰ ਲਈਦਾ। ਕਾਲਾ ਲੂਣ, ਚਿੱਟਾ ਲੂਣ, ਫਿਰ ਮਿਰਚਾਂ ਕਿਹੜੀਆਂ? ਆ ਜੇ ਲਾਲ ਮਿਰਚ। ਅੱਛਾ ਲਾਲ ਮਿਰਚ। ਹਾਂਜੀ ਫਿਰ ਕੋਈ ਕਾਲੀ ਮਿਰਚ ਪਾ ਦੇ ਵਿੱਚ, ਜੀ। ਉਹ ਸਹੀ ਹੈ। ਤੇ ਕਿੰਨੇ ਕੁ ਦਿਨ ਬਾਅਦ ਆ ਮਸਾਲਾ ਦੇਣਾ ਚਾਹੀਦਾ ਹੈ? ਮਸਾਲਾ ਕੋਈ 7-8 ਦਿਨ ਹੀ ਹੁਣ, ਜੇ ਆਮ ਮਸਾਲਾ ਜਿਹੜਾ ਕਾਰਡ ਨਹੀਂ ਕਰਦਾ। ਅੱਛਾ 7-8 ਦਿਨ ਬਾਅਦ ਦੇਣਾ ਚਾਹੀਦਾ ਹੈ। ਹੁਣ ਜਿਹੜਾ ਨਾ ਦੇਸੀ ਮਸਾਲਾ ਇਹ ਆਮ ਕਾਰਡ ਨਹੀਂ ਕਰਦਾ। ਤੇ ਕਿਹੜਾ ਮਸਾਲਾ ਚੰਗਾ ਫਿਰ? ਹੁਣ ਦਵਾਈ ਚੰਗੀ ਹੈ ਜੀ, ਦਵਾਈ ਜਿਹੜੀ ਹੈ ਨਾ ਉਹ ਆਮ ਕਾਰਡ ਕਰਦੀ ਹੈ। ਅੱਛਾ ਦਵਾਈ ਅੱਛੀ ਹੈ। ਹਾਂਜੀ ਨਿਲ ਤੈਨ ਉਹ ਸਹੀ ਰਹਿੰਦੀ ਹੈ। ਤੇ ਤੁਹਾਡੇ ਕੰਮ ਦੇ ਮੁਤਲਕ ਕੋਈ ਹੋਰ ਅਹਿਮ ਗੱਲ ਜਿਹੜੀ ਰਹਿ ਗਈ ਹੋਏ ਉਹ ਵੀ ਦੱਸ ਦਿਓ। ਹੋਰ ਕੋਈ ਵੀ ਨਹੀਂ, ਕਿਹੜੀ ਗੱਲ ਹੈ ਹੋਰ? ਜਿਹੜੇ ਦੋਸਤ ਇਹ ਕਾਰੋਬਾਰ ਕਰਨਾ ਚਾਹੁੰਦੇ ਨੇ, ਭੇਡਾਂ ਪਾਲਣਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦੇ ਦਿਓ। ਅੱਛਾ ਮਸ਼ਵਰਾ ਇਹ ਹੀ ਹੈ ਵੀ ਇਹਨਾਂ ਦੀ ਸੇਵਾ ਕਰੇ ਬੰਦਾ ਅੱਛਾ ਤੇ ਬੇਈਮਾਨੀ ਕੋਲੋਂ ਬਚਾਏ। ਜਿਹੜਾ ਨਾ ਚੋਰੀ ਦਾ ਪੱਠਾ ਇਸ ਮਾਲ ਨੂੰ ਨਹੀਂ ਚਾਰਨਾ ਚਾਹੀਦਾ। ਨੀਤ ਨਾਲ ਇਹਦੀ ਸਾਂਭ ਕਰੋ, ਇਮਾਨਦਾਰੀ ਨਾਲ, ਦੇ ਇਨਸ਼ਾਅੱਲਾ ਫਾਇਦਾ ਦਿੰਦਾ ਹੈ ਮਾਲ। ਜੇ ਚੋਰੀ ਦਾ ਪੱਠਾ ਪਾਈਏ ਨਾ ਉਹ ਨਿਕਲ ਜਾਂਦਾ। ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਅੱਲਾ ਹਾਫਿਜ਼। ਅੱਛਾ ਜੀ, ਤੁਹਾਡੀ ਮਿਹਰਬਾਨੀ।